ਡੀਜੀਪੀ ਸਾਹਿਬ ਦਾ ਧੰਨਵਾਦੀ ਹਾਂ ਕਿ ਉਹਨਾਂ ਦਾ ਜੇ ਰੋਜ਼ ਧੜਾ ਧੜ ਪ੍ਰੈਸ ਨੋਟ ਇੱਕ ਨਿਕਲਦਾ ਪੰਜਾਬ ਪੁਲਿਸ ਦਾ ਤੇ ਕੈਪਟਨ ਅਮਰਿੰਦਰ ਸਿੰਘ ਦਾ ਕਿ ਲੱਖ ਲੀਟਰ ਇੱਥੋਂ ਫੜ ਲਈ ਆ, 27000 ਲੀਟਰ ਉੱਥੋਂ ਫੜ ਲਈ ਆ, 20000 ਲੀਟਰ ਇੱਥੋਂ ਫੜ ਲਈ ਆ। ਆਪ ਹੀ ਮੰਨੀ ਜਾਂਦੇ ਆ ਕਿ ਅਸੀਂ ਐਡੇ ਨਲਾਇਕ ਸੀ। ਪੰਜਾਬ ਪੁਲਿਸ ਸਾਡੀ ਜਿਹੜੀ ਕਾਰਗੁਜ਼ਾਰੀ ਐਡੀ ਮਾੜੀ ਸੀ ਕਿਉਂਕਿ ਇਹ ਲੱਖਾਂ ਲੀਟਰ ਰਾਤੋਂ ਰਾਤ ਤਾਂ ਬਣ ਨਹੀਂ ਗਿਆ। ਇਹ ਲੰਮੇ ਸਮੇਂ ਤੋਂ ਇਹ ਕੰਮ ਚੱਲ ਰਿਹਾ, ਮਗਰ ਇਹ ਫੜਦੇ ਨਹੀਂ ਸੀ ਕਿਉਂਕਿ ਇਹਨਾਂ ਦੀ ਜੇਬ ਗਰਮ ਹੁੰਦੀ ਸੀ। ਜਾਣਕਾਰੀ ਵੀ ਇਹਨਾਂ ਕੋਲ ਸੀ ਮਗਰ ਪ੍ਰੈਸ਼ਰ ਨਹੀਂ ਸੀ, ਪਬਲਿਕ ਪ੍ਰੈਸ਼ਰ ਜਾਂ ਮੀਡੀਆ ਪ੍ਰੈਸ਼ਰ, ਤੇ ਇਹ ਕੰਮ ਰਲੀ ਮਿਲੀ ਭੁਗਤ ਨਾਲ ਦੱਬੀ ਤੁਰੀ ਆਉਂਦੇ ਸੀ। 16 ਕਰੋੜ 66 ਲੱਖ ਰੁਪਈਆ ਜਾ ਕੇ ਜਿਵੇਂ ਡਾਕਾ ਮਾਰਿਆ ਜਾਂਦਾ ਆ, ਪਾਦਰੀ ਦੇ ਘਰੋਂ ਜਾ ਕੇ ਬਰਾਮਦ ਕਰ ਲੈਂਦੇ ਨੇ, ਫੜ ਲੈਂਦੇ ਨੇ ਜਲੰਧਰ ਤੋਂ। ਉਹ ਸਾਰਾ ਕੁਝ ਸਾਬਤ ਹੋ ਗਿਆ। ਏਡਾ ਵੱਡਾ ਝੂਠ, ਏਡਾ ਵੱਡਾ ਗੁਨਾਹ, ਔਰ ਫਿਰ 16 ਕਰੋੜ 66 ਲੱਖ ਬਰਾਮਦ ਹੁੰਦਾ ਤੇ ਐਸਐਸਪੀ ਸਾਹਿਬ ਦਿਖਾਉਂਦੇ ਕਿੰਨਾ ਆ? 9 ਕਰੋੜ 66 ਲੱਖ। 7 ਕਰੋੜ ਵਿੱਚੋਂ ਘਾਪਾ ਹੀ ਮਾਰ ਜਾਂਦੇ ਆ। ਹੁਣ 7 ਕਰੋੜ ਲੁਕਾਉਣ ਵਾਲਾ ਪੰਜਾਬ ਦੇ ਵਿੱਚ ਰਾਜ ਕਰਨ ਡਿਆ। ਅੱਜ ਸਭ ਤੋਂ ਪਹਿਲਾਂ ਤਾਂ ਜੀ ਤੁਹਾਡਾ ਸਭ ਦਾ ਜੀ ਆਇਆਂ ਨੂੰ ਧੰਨਵਾਦ ਤੁਹਾਡਾ। ਔਰ ਮੈਂ ਸਮਝਦਾ ਕਿ ਜਿਹੜਾ ਬਹੁਤ ਵੱਡਾ ਚਿੰਤਾ ਦਾ ਵਿਸ਼ੇ ਬਣਿਆ ਔਰ ਜਿਹਦੇ ਬਾਰੇ ਐਕਸਟੈਂਸਿਵ ਕਵਰੇਜ ਤੁਸੀਂ ਸਾਰਿਆਂ ਨੇ ਕੀਤੀ ਹੈ ਔਰ ਜਿਹਦੇ ਕਾਰਨਾਂ ਕਰਕੇ ਹੁਕਮਰਾਨ ਪਾਰਟੀ ਦੇ ਸਿਆਸਤਦਾਨ ਵੱਲੋਂ ਔਰ ਪੁਲਿਸ ਦੀ ਮਿਲੀ ਭੁਗਤ ਨਾ ਕਰਕੇ ਜੋ ਬਹੁਤ ਵੱਡਾ ਜਾਨੀ ਮਾਲੀ ਨੁਕਸਾਨ ਹੋਇਆ ਹੈ ਪੰਜਾਬ 'ਚ। ਲੋੜਵੰਦ ਪਰਿਵਾਰਾਂ ਦਾ, ਗਰੀਬ ਪਰਿਵਾਰਾਂ ਦਾ, ਜਿਹੜੇ ਕੋਵਿਡ ਦੇ ਸਮਿਆਂ 'ਚ ਵੀ ਦਿਨ ਰਾਤ ਇੱਕ ਕਰਕੇ ਆਪਦੇ ਪਰਿਵਾਰਾਂ ਦੀ ਪਰਵਰਿਸ਼ ਵਾਸਤੇ ਜ਼ਿੰਦਗੀ ਨੂੰ ਜੋਖਮ 'ਚ ਪਾ ਕੇ ਵੀ ਆਪਦੀ ਡਿਊਟੀ ਨਿਭਾ ਰਹੇ ਸੀ, ਉਹਨਾਂ ਦੇ ਨਾਲ ਜਿਸ ਤਰੀਕੇ ਦੀ ਖਲਵਾੜ ਹੋਇਆ ਉਹ ਤੁਸੀਂ ਸਾਰੇ ਮੇਰੇ ਤੋਂ ਬਿਹਤਰ ਜਾਣਦੇ ਹੋ। ਮੈਂ ਹਮੇਸ਼ਾ ਵੀ ਕੋਈ ਚੀਜ਼ ਜਦ ਤੁਹਾਡੇ ਅੱਗੇ ਰੱਖੀ ਆ 100% ਔਨ ਫੈਕਟਸ ਰੱਖੀ ਆ, ਇੱਕ ਵੀ ਗੱਲ ਇੱਧਰ ਉੱਧਰ ਦੀ ਨਹੀਂ। ਔਰ ਅੱਜ ਵੀ ਜਿਹੜੀ ਮਿਲੀ ਭੁਗਤ ਹੈ ਜਿਸ ਨੂੰ ਲੁਕੋਇਆ ਜਾ ਰਿਹਾ ਹੈ ਉਹਦਾ ਪਰਦਾ ਫਾਸ਼ ਕਰਨ ਵਾਸਤੇ ਤੁਹਾਡੇ ਕੋਲ ਬੈਠੇ। ਸਭ ਤੋਂ ਪਹਿਲਾਂ ਤਾਂ ਮੈਂ ਡੀਜੀਪੀ ਸਾਹਿਬ ਦਾ ਧੰਨਵਾਦੀ ਹਾਂ ਕਿ ਉਹਨਾਂ ਦਾ ਜੇ ਰੋਜ਼ ਧੜਾ ਧੜ ਪ੍ਰੈਸ ਨੋਟ ਇੱਕ ਨਿਕਲਦਾ ਪੰਜਾਬ ਪੁਲਿਸ ਦਾ ਤੇ ਕੈਪਟਨ ਅਮਰਿੰਦਰ ਸਿੰਘ ਦਾ ਕਿ ਲੱਖ ਲੀਟਰ ਇੱਥੋਂ ਫੜ ਲਈ ਆ, 27000 ਲੀਟਰ ਉੱਥੋਂ ਫੜ ਲਈ ਆ, 20000 ਲੀਟਰ ਇੱਥੋਂ ਫੜ ਲਈ ਆ। ਆਪ ਹੀ ਮੰਨੀ ਜਾਂਦੇ ਆ ਕਿ ਅਸੀਂ ਐਡੇ ਨਲਾਇਕ ਸੀ। ਪੰਜਾਬ ਪੁਲਿਸ ਸਾਡੀ ਜਿਹੜੀ ਕਾਰਗੁਜ਼ਾਰੀ ਐਡੀ ਮਾੜੀ ਸੀ ਕਿਉਂਕਿ ਇਹ ਲੱਖਾਂ ਲੀਟਰ ਰਾਤੋਂ ਰਾਤ ਤਾਂ ਬਣ ਨਹੀਂ ਗਿਆ। ਇਹ ਲੰਮੇ ਸਮੇਂ ਤੋਂ ਇਹ ਕੰਮ ਚੱਲ ਰਿਹਾ, ਮਗਰ ਇਹ ਫੜਦੇ ਨਹੀਂ ਸੀ ਕਿਉਂਕਿ ਇਹਨਾਂ ਦੀ ਜੇਬ ਗਰਮ ਹੁੰਦੀ ਸੀ। ਤੇ ਹੁਣ ਜਿਹੜੀ ਇਹਨਾਂ ਨੇ ਐਡਮਿਸ਼ਨ ਕੀਤੀ ਆ ਪੰਜਾਬ ਪੁਲਿਸ ਨੇ, ਆਫਟਰ ਆਲ ਇਹ ਰਾਤੋਂ ਰਾਤ ਇਹ ਮਿਨੀ ਡਿਸਟਿਲਰੀਜ਼ ਨਹੀਂ ਚੱਲ ਗਈਆਂ। ਇਹਨਾਂ ਦੀ ਜਾਣਕਾਰੀ ਵੀ ਇਹਨਾਂ ਕੋਲ ਸੀ ਮਗਰ ਪ੍ਰੈਸ਼ਰ ਨਹੀਂ ਸੀ, ਪਬਲਿਕ ਪ੍ਰੈਸ਼ਰ ਜਾਂ ਮੀਡੀਆ ਪ੍ਰੈਸ਼ਰ, ਤੇ ਇਹ ਕੰਮ ਰਲੀ ਮਿਲੀ ਭੁਗਤ ਨਾਲ ਦੱਬੀ ਤੁਰੀ ਆਉਂਦੇ ਸੀ। ਔਰ ਜਿਹੜੀ ਗੱਲ ਮੈਂ ਅੱਜ ਕਰਦਾ ਹੈ ਪੁੱਛਣਾ ਚਾਹੁੰਦਾ ਡੀਜੀਪੀ ਸਾਹਿਬ ਨੂੰ ਮੇਰਾ ਸਪਸ਼ਟ ਸਵਾਲ ਹੈ ਕਿ ਦਿਨਕਰ ਗੁਪਤਾ ਜੀ, ਤੁਸੀਂ ਆ 100 ਤੋਂ ਵੱਧ ਮੌਤਾਂ ਹੋਈਆਂ ਨੇ ਤਰਨਤਾਰਨ ਜ਼ਿਲ੍ਹੇ 'ਚ, ਔਰ ਉੱਥੋਂ ਦੇ ਇੱਕ ਅਫਸਰ ਨੇ ਧਰੁਵ ਧਈਆ ਜੀ, ਉਹਨਾਂ ਨੂੰ ਪਲਮ ਪੋਸਟਿੰਗ ਬਾਰ-ਬਾਰ ਕੇਸ ਕ੍ਰਾਈਟੀਰੀਆ ਹੇਠ ਦਿੰਦੇ ਹੋ। ਸਾਨੂੰ ਇਹ ਗੱਲ ਜ਼ਰੂਰ ਚਾਨਣਾ ਪਾਇਓ ਕਿਉਂਕਿ ਧਰੁਵ ਧਈਆ ਜੀ ਉਹ ਅਫਸਰ ਨੇ ਜਿਨ੍ਹਾਂ ਨੇ ਡੇ ਲਾਈਟ ਰੋਬਰੀ ਦਾ, ਡਕੈਤੀ ਜਦ ਹੋਈ ਸੀ ਅੱਜ ਤੋਂ ਸਵਾ ਸਾਲ ਪਹਿਲਾਂ ਜਦੋਂ ਪਾਰਲੀਮੈਂਟ ਦੀ ਇਲੈਕਸ਼ਨ ਚੱਲਦੀ ਸੀ, 29 ਮਾਰਚ ਦੀ ਗੱਲ ਹੈ, ਜਦੋਂ ਖੰਨਾ 'ਚ ਐਸਐਸਪੀ ਲੱਗੇ ਸੀ ਔਰ ਖੰਨੇ 'ਚੋਂ ਇੱਕ ਪੁਲਿਸ ਪਾਰਟੀ ਐਸਐਸਪੀ ਸਾਹਿਬ ਦੀ ਮਨਜ਼ੂਰੀ ਨਾਲ ਜਾ ਕੇ ਉਹਨਾਂ ਨੇ ਰੇਡ ਕੀਤਾ ਜਲੰਧਰ ਦੇ ਰੇਡ ਨੂੰ ਸ਼ੋਅ ਕੀਤਾ ਕਿ ਨਹੀਂ ਇਹ ਤਾਂ ਨਾਕੇ 'ਚ ਅਸੀਂ ਪੈਸੇ ਫੜੇ, ਜਿਹੜਾ ਹਵਾਲਾ ਦੇ ਪੈਸੇ ਦੱਸੇ ਗਏ ਸੀ। ਫਾਦਰ
ਐਂਥਨੀ ਵੱਲੋਂ ਉਹਨਾਂ ਨੂੰ ਫੜਿਆ ਸੀ। ਮੇਰਾ ਕਹਿਣ ਦਾ ਭਾਵ ਕਿ ਜਿਹੜੀ ਡੇ ਲਾਈਟ ਰੋਬਰੀ ਹੋਈ ਸੀ, ਡੇ ਲਾਈਟ ਰੋਬਰੀ ਹੋ ਗਈ ਜਦੋਂ ਪੁਲਿਸ ਇਨਵੋਲਵ ਹੋ ਜਾਏ ਔਰ ਇੱਕ ਐਸਐਸਪੀ ਪ੍ਰੈਸ ਕਾਨਫਰੰਸ ਕਰੇ। ਮੈਂ ਤੁਹਾਨੂੰ ਪੁਰਾਣੀਆਂ ਕਟਿੰਗਾਂ ਵਿਖਾ ਦੂੰਗਾ। ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਹੈ, ਮੈਂ ਵੀਡੀਓ ਰਿਕਾਰਡਿੰਗ ਵੀ ਸਭ ਨੂੰ ਦਊਂਗਾ, ਜਿਸ 'ਚ ਐਸਐਸਪੀ ਸਾਹਿਬ ਆਪ ਪ੍ਰੈਸ ਕਾਨਫਰੰਸ ਕਰਕੇ ਧਰੁਵ ਧਈਆ ਜੀ ਕਹਿ ਰਹੇ ਹੈ ਕਿ ਦਰਾਹੇ ਨਾਕਾ ਲੱਗਿਆ ਸੀ, 9 ਕਰੋੜ 66 ਲੱਖ ਰੁਪਈਆ ਹਵਾਲੇ ਦਾ, ਕਹਿੰਦੇ ਜੀ ਅਸੀਂ 3 ਗੱਡੀਆਂ 'ਚੋਂ ਰਿਕਵਰ ਕੀਤਾ। ਔਰ ਇਹ ਸਾਰੀ ਗੱਲ ਦਾ ਪਰਦਾਫਾਸ਼ ਤੁਹਾਡੀ ਮੀਡੀਆ ਨੇ ਵੀ ਕੀਤਾ, ਫਾਦਰ ਐਂਥਨੀ ਨੇ ਵੀ ਕੀਤਾ, ਤੇ ਫਿਰ ਇੱਕ SIT ਬਣੀ। SIT ਕਿਹਨੇ ਬਣਾਈ? ਦਿਨਕਰ ਗੁਪਤਾ ਜੀ ਨੇ ਬਣਾਈ ਕੀਤੀ। ਇੱਕ ਜਦੋਂ ਰੌਲਾ ਪੈ ਗਿਆ, ਇਲੈਕਸ਼ਨ ਕਮਿਸ਼ਨ ਨੂੰ ਸ਼ਿਕਾਇਤ ਹੋਈ, ਇਲੈਕਸ਼ਨ ਕਮਿਸ਼ਨ ਨੇ ਕਿਹਾ ਕਿ ਇਹਦੀ ਸਾਨੂੰ ਮਿੰਟੋ ਮਿੰਟੀ ਰਿਪੋਰਟ ਦਿਓ। IG ਦੀ ਰਿਪੋਰਟ 'ਚ ਇਹ ਸਾਰੀ ਗੱਲ ਐਸਟੈਬਲਿਸ਼ ਹੋ ਗਈ ਕਿ ਜਿਹੜੀ ਇਹ ਰੇਡ ਹੈ ਇਲੀਗਲ ਰੇਡ ਸੀ, ਕਿਉਂਕਿ ਜਲੰਧਰ ਪੁਲਿਸ ਨੂੰ ਪਤਾ ਹੀ ਨਹੀਂ ਸੀ ਕਿ ਰੇਡ ਹੋਈ ਹੈ। ਔਰ ਇੱਕ IPS ਅਫਸਰ ਕੈਮਰੇ 'ਚ ਬਹਿ ਕੇ ਸਾਰੀ ਪਲੈਨਿੰਗ ਜਿਹੜੀ ਉਹਨੇ ਆਪਦੇ ਘਰ 'ਚ ਬਹਿ ਕੇ ਕੀਤੀ, ਕਿਹਦੇ ਨਾਲ? ਟਾਊਟਾਂ ਨਾਲ, ਜਿਹੜੇ ਪੁਲਿਸ ਕੈਟਾਂ ਨਾਲ। ਉਹਦਾ ਵੀ ਜ਼ਿਕਰ ਹੈ ਕਿ ਬੱਬੂ 12 ਬੋਰ ਕਰਕੇ ਉਹਦਾ ਬੱਬੂ 12 ਬੋਰ ਦਾ ਦਿਖਾ ਦਿੱਤੀ। ਇੱਕ ਬੱਬੂ 12 ਬੋਰ ਕੈਟ ਹੈ ਜਿਹਦਾ ਜ਼ਿਕਰ ਹੋਇਆ ਹੈ। ਔਰ ਮੈਂ ਇਹ ਪੁੱਛਣਾ ਚਾਹੁੰਦਾ ਕਿ ਵੇਖੋ, ਇਹ ਡੇ ਲਾਈਟ ਰੋਬਰੀ ਜਿਹੜੀ ਮੈਂ ਗੱਲ ਕੀਤੀ, ਰਿਕਵਰ ਤਾਂ ਕੀਤਾ 16 ਕਰੋੜ 66 ਲੱਖ, ਤੇ ਸ਼ੋਅ ਕਰਦੇ ਹੋ ਤੁਸੀਂ 9 ਕਰੋੜ 66 ਲੱਖ, ਮਤਲਬ ਪਤਾ ਸੀ। ਫਿਰ ਜਿਹੜੇ ਬੰਦੇ ਤੁਸੀਂ ਫੜੇ, ਜੇ ਤੁਸੀਂ ਐਡੇ ਸਾਫ਼ ਚੰਗੇ ਅਕਸ਼ ਵਾਲੇ ਅਫਸਰ ਹੋ, ਤੁਸੀਂ ਇਹ ਕਿਉਂ ਲੁਕੋਇਆ ਮੀਡੀਆ ਕੋਲੋਂ, ਪੰਜਾਬ ਦੇ ਲੋਕਾਂ ਕੋਲੋਂ, ਹਰ ਲੈਵਲ ਤੋਂ ਇਹ ਗੱਲ ਕਿਉਂ ਲੁਕੋਈ ਗਈ ਕਿ ਤੁਸੀਂ ਤਾਂ ਜਲੰਧਰ ਜਾ ਕੇ ਉੱਥੇ ਪ੍ਰਤਾਪਪੁਰ ਲਾਂਬੜਾ ਜਾ ਕੇ ਰੇਡ ਕੀਤਾ ਸੀ ਅਗਲੇ ਦੇ ਘਰ 'ਚ। ਔਰ ਇੱਕ ਇੱਕ ਚੀਜ਼ ਦਾ ਪਰਦਾਫਾਸ਼ ਕਿੱਥੇ ਹੋਇਆ? ਜਦੋਂ SIT ਬਣੀ IG ਦੀ SIT ਨੇ ਵੀਡੀਓ ਰਿਕਾਰਡਿੰਗ ਐਵੀਡੈਂਸ, ਉਹ ਵੀ ਮੈਂ ਤੁਹਾਨੂੰ ਦੇ ਦੂੰ, ਕਾਲ ਡਿਟੇਲ ਐਵੀਡੈਂਸ, ਫੋਟੋਗ੍ਰਾਫਿਕ ਐਵੀਡੈਂਸ, ਸਾਰਾ ਕੁਛ ਆਪਣਾ ਕੋਰਟ ਹੈ, ਮੋਨਿਕਾ ਜੀ ਦੀ ਕੋਰਟ ਹੈ। ਮੈਂ ਪੜ੍ਹ ਦਿੰਦਾ। ਇਨ ਦਾ ਕੋਰਟ ਆਫ ਮੋਨਿਕਾ ਗੋਇਲ ਸਪੈਸ਼ਲ ਜੱਜ SAS ਨਗਰ, ਉਸ ਦੀ ਕੋਰਟ ਦੇ ਸਾਰੇ ਕਾਗਜ਼ ਪੜ੍ਹ ਲਿਓ, ਕੱਢ ਲਿਓ, ਮੈਂ ਤੁਹਾਨੂੰ ਭੇਜ ਦੂੰਗਾ। ਉੱਥੇ ਸਾਰਾ ਕੁਛ ਧਰੁਵ ਧਈਏ ਦੀ ਪ੍ਰਧਾਨਗੀ ਹੇਠ, SSP ਹੇਠ ਜਿਹੜੀ ਡੇ ਲਾਈਟ ਰੋਬਰੀ ਹੋਈ ਆ, ਉਹਦਾ ਪਰਦਾਫਾਸ਼ ਕੋਈ ਹੋਰ ਨਹੀਂ, ਪੰਜਾਬ ਪੁਲਿਸ ਦਾ ਇੱਕ ਸੀਨੀਅਰ ਅਫਸਰ ਕਰ ਰਿਹਾ। ਹੁਣ ਕੀ ਕ੍ਰਾਈਟੀਰੀਆ ਹੋਇਆ ਕਿ ਤੁਸੀਂ ਉਹੋ ਜਿਹੇ ਬੰਦੇ ਨੂੰ ਫੇਰ ਲਾਤਾ ਜਿਹਨੇ ਇੱਕ ਜਗ੍ਹਾ? ਔਰ ਤੁਸੀਂ ਵੇਖੋ ਹੁਣ ਡੇ ਲਾਈਟ ਰੋਬਰੀ ਦੇ ਐਕਟਰ ਵੇਖ ਲਓ ਕਿਹੜੇ ਕਿਹੜੇ ਰੱਖੇ ਇਹਨਾਂ ਨੇ। ਇੱਕ ਤਾਂ ਇਹ ਪੁਲਿਸ ਕੈਟ ਬੱਬੂ 12 ਬੋਰ ਜਿਹਨੂੰ ਕਹਿੰਦੇ ਆ। ਰੌਲਾ ਪੈਂਦਾ ਸੀ ਖੰਨੇ ਜ਼ਿਲ੍ਹੇ 'ਚ ਕਿ ਇੱਕ ਕੈਟ ਉਹਦੀ ਖਬਰ ਲੱਗੀ ਆ, ਉਹ SSP ਦੇ ਘਰ ਵੀ ਚਲੇ ਜਾਂਦਾ ਹੈ, ਚਾਹੇ ਉਹ ਸਵੇਰੇ ਚਲੇ ਜਾਵੇ, ਚਾਹੇ ਦੁਪਹਿਰ ਨੂੰ ਚਲੇ ਜਾਵੇ, ਚਾਹੇ ਰਾਤ ਨੂੰ ਚਲੇ ਜਾਵੇ। ਉਹ ਵੱਡੇ ਵੱਡੇ ਅਫਸਰਾਂ ਦੀ ਕੁਰਸੀ 'ਤੇ ਵੀ ਜਾ ਕੇ ਬਹਿ ਜਾਂਦਾ, SPਆਂ ਦੀ। ਉਹ SPਆਂ ਨੂੰ ਵੀ ਹੁਕਮ ਦਿੰਦਾ ਹੈ, SHOਆਂ 'ਤੇ ਵੀ ਹੁਕਮ ਦਿੰਦਾ ਹੈ। ਕਿਉਂ? ਕਿਉਂਕਿ ਉਹ ਧਰੁਵ ਧਈਏ ਦੇ ਬੜਾ ਨੇੜੇ ਸੀ। ਫਿਰ ਇੱਕ ਹੋਰ ਬੜੀ ਹੈਰਾਨਗੀ ਦੀ ਗੱਲ ਹੁੰਦੀ ਹੈ ਇਹਦੇ 'ਚ ਅਖੀਰ 'ਚ, ਕਿਉਂਕਿ ਇਹ ਤਾਂ DGP ਸਾਹਿਬ ਦੱਸਣਗੇ, ਨਹੀਂ ਤਾਂ ਇਹਦਾ ਖੁਲਾਸਾ ਮੈਂ ਅਗਲੇ ਗੇੜ 'ਚ ਕਰੂੰ ਕਿ ਸਾਰਾ ਕੁਛ ਧਰੁਵ ਧਈਆ ਔਨ ਰਿਕਾਰਡ ਬੋਲ ਰਿਹਾ ਕਿ 9 ਕਰੋੜ 66 ਲੱਖ ਰਿਕਵਰ ਹੋਏ, ਜਦ ਕਿ ਬੈਂਕ ਦੀ ਚਿੱਠੀ ਹੈ, ਸਾਊਥ ਇੰਡੀਆ ਬੈਂਕ ਹੈ। ਜਦੋਂ ਰੇਡ ਹੋਇਆ ਹੈ ਉਦੋਂ ਗਿਣਤੀ ਕੌਣ ਕਰ ਰਿਹਾ ਸੀ? ਬੈਂਕ ਦੇ ਅਫੀਸ਼ੀਅਲਸ। ਔਰ ਕਰ ਕਿਉਂ ਰਹੇ ਸੀ? ਕਿਉਂਕਿ ਕੋਡ ਆਫ ਕੰਡਕਟ ਲੱਗਿਆ ਸੀਗਾ ਤੇ 3 ਲੱਖ ਤੋਂ ਵੱਧ ਜਾਂ 1.5 ਲੱਖ ਤੋਂ ਵੱਧ ਤੁਸੀਂ ਲੈ ਕੇ ਨਹੀਂ ਜਾ ਸਕਦੇ, 50,000 ਤੋਂ ਵੱਧ। ਤੇ ਉਹਨਾਂ ਨੇ ਬੈਂਕ ਅਫੀਸ਼ੀਅਲ ਨਾਲ ਚਿੱਠੀ ਮੈਂ ਦੇ ਰਿਹਾ ਸਾਊਥ ਇੰਡੀਆ ਬੈਂਕ ਦੀ, ਜਿਹੜੀ ਆਪ ਮੰਨਦਾ ਕਿ ਹਾਂ ਅਸੀਂ ਫਾਦਰ ਦੇ ਘਰ ਮੌਜੂਦ ਸਾਂ ਔਰ ਇਹ ਪੈਸੇ ਦੀ ਗਿਣਤੀ ਚੱਲ ਰਹੀ ਸੀ।
ਫਿਰ ਮੈਂ ਇਹ ਪੁੱਛਣਾ ਚਾਹੁੰਦਾ ਦ੍ਰੋਪਦਈਆ ਜੀ ਨੂੰ ਕਿ ਤੁਸੀਂ ਇੱਕ ਟੀਮ ਸਿਲੈਕਟ ਕੀਤੀ 21/3/2019 ਨੂੰ ਐਸਐਸਪੀ ਖੰਨਾ ਲੈਟਰ ਲਿਖਦੇ ਆ ਡੀਜੀਪੀ ਸਾਹਿਬ ਨੂੰ 1694 ਨੰਬਰ ਹੈ ਉਸ ਲੈਟਰ ਦਾ ਕਿ ਮੈਨੂੰ ਰਾਜਪ੍ਰੀਤ ਤੇ ਜੋਗਿੰਦਰ ਜਿਹੜੇ 2 ਐਸਆਈ ਏਐਸਆਈ ਚ ਟੰਗ ਤੇ ਆ ਉਹ ਦਿਓ। ਤੁਸੀਂ ਅੱਗੇ ਫੁਰਤੀ ਵੇਖੋ ਡੀਜੀਪੀ ਸਾਹਿਬ ਦੀ 6 ਦਿਨਾਂ 'ਚ ਉਹ ਬੰਦੇ ਵਾਇਰ ਲੈਟਰ 5000/E-28 ਉਹਦੇ ਆਰਡਰ ਰਾਹੀਂ ਡੀਜੀਪੀ ਸਾਹਿਬ ਉਹ ਦੋਵਾਂ ਨੂੰ ਇਹਦੇ ਕੋਲ ਭੇਜ ਦਿੰਦੇ ਆ, ਆਪਣਾ ਦ੍ਰੋਪਦਈਏ ਕੋਲ ਟ੍ਰਾਂਸਫਰ ਕਰ ਦਿੰਦੇ ਐਸਐਸਪੀ ਖੰਨੇ ਕੋਲ ਪਟਿਆਲੇ ਤੋਂ। 29 ਤਰੀਕ ਨੂੰ ਫੁਰਤੀ ਵੇਖੋ ਇਹਨਾਂ ਦੀ, ਇਹ ਸਾਰੀ ਮਿਲੀ ਭੁਗਤ ਪਹਿਲਾਂ ਚੱਲ ਰਹੀ ਸੀ, 29 ਤਰੀਕ ਨੂੰ ਰੇਡ ਕਰ ਦਿੰਦੇ। ਹੁਣ ਤੁਸੀਂ ਰੇਡ ਬਾਰੇ ਨਾ ਤਾਂ ਕਮਿਸ਼ਨਰ ਪੁਲਿਸ ਨੂੰ ਦੱਸਿਆ ਜਲੰਧਰ, ਫਿਰ ਤੁਸੀਂ ਰੇਡ ਕਰਦੇ ਹੋ, ਫਿਰ ਤੁਸੀਂ ਇਹ ਗੱਲ ਕਿਉਂ ਲੁਕਾਉਂਦੇ ਹੋ ਪ੍ਰੈਸ ਕੋਲੋਂ ਕਿ ਤੁਸੀਂ ਰੇਡ ਜਾ ਕੇ ਜਲੰਧਰ ਕੀਤਾ ਸੀ, ਤੁਸੀਂ ਦਰਾਹੇ ਨਹੀਂ ਕੋਈ ਗੱਲ ਫੜੀ ਗਈ। ਇਹ ਇਸ ਲਈ ਲੁਕੋਇਆ ਗਿਆ ਕਿਉਂਕਿ ਡੇ ਲਾਈਟ ਰੌਬਰੀ ਸੀ। 16 ਕਰੋੜ 65 ਲੱਖ ਰਿਕਵਰ ਹੋਇਆ, 9 ਕਰੋੜ 66 ਲੱਖ ਦਿਖਾਇਆ, 6.5 ਕਰੋੜ ਰੁਪਈਆ ਐਸਐਸਪੀ ਸਾਹਿਬ ਦੀ ਪ੍ਰਧਾਨਗੀ ਹੇਠ ਖੁਰਤ-ਬੁਰਤ ਹੋ ਗਿਆ। ਔਰ ਵੱਡੀ ਗੱਲ ਉਹ ਫਾਦਰ ਦਾ ਵੀ ਬਿਆਨ ਹੈ 30 ਬੰਦਿਆਂ ਦਾ, ਕਿਸੇ ਪੁਲਿਸ ਅਧਿਕਾਰੀ ਕੋਲ ਇਹ ਹੱਕ ਹੈ ਕਿ ਕਿਸੇ ਦੇ ਘਰ ਵੜ ਜੋ ਪ੍ਰਾਈਵੇਟ ਕਲੋਜ਼ 'ਚ ਔਰ ਜਿਨ੍ਹਾਂ ਦੇ ਮੋਬਾਈਲ ਫੋਨ ਹੈ ਉਹਨਾਂ ਦੇ ਸਿਰ 'ਚ ਗਣਪੱਟੀ ਤੇ ਰੱਖੋ ਰਿਵਾਲਵਰ ਤੇ ਸਭ ਨੂੰ ਕਹੋ ਆਪਦੇ ਮੋਬਾਈਲ ਰੱਖ ਦਿਓ ਪਾਸੇ, ਨਹੀਂ ਤਾਂ ਗੋਲੀ ਮਾਰ ਦਿਆਂਗੇ। ਮਤਲਬ ਜਿਹੜਾ ਕੰਮ ਇੱਕ ਡਕੈਤ ਕਰਦਾ ਹੈ ਉਹ ਕੰਮ ਇਸ ਐਸਐਸਪੀ ਨੇ ਕਰਾਇਆ। ਫਿਰ ਉਸ ਫਾਦਰ ਨੇ ਬਿਆਨ ਦਿੱਤਾ ਉਹਨਾਂ ਬੰਦਿਆਂ ਨੇ ਕਿ ਸਾਨੂੰ ਜਦ ਪੁਲਿਸ ਵਾਪਸ ਲੈ ਕੇ ਆਈ, ਪਲੈਨਿੰਗ ਵੇਖੋ, ਜਲੰਧਰ ਤੋਂ ਸਿੱਧਾ ਰਾਹ ਖੰਨੇ ਨੂੰ ਕਿਹੜਾ ਆਉਂਦਾ ਜੀਟੀ ਰੋਡ, ਸਿੱਧੇ ਜਾਓ ਫਗਵਾੜੇ ਤੋਂ ਲੁਧਿਆਣੇ ਤੋਂ ਖੰਨੇ। ਮਗਰ ਉਹਨਾਂ ਨੂੰ ਲੈ ਕੇ ਗਏ ਕਿਉਂਕਿ ਪੈਸੇ ਮਾਰਨੇ ਸੀ, ਉਹਨਾਂ ਨੂੰ ਲੈ ਕੇ ਗਏ ਲੁਧਿਆਣੇ ਤੋਂ ਫਿਲੌਰ ਤੋਂ ਸਮਰਾਲਾ, ਮਾਚੀਵਾੜਾ, ਸਮਰਾਲਾ ਤੇ ਖੰਨਾ ਕਿ ਲਿੰਕ ਰੋਡਾਂ ਤੋਂ ਲੈ ਕੇ ਜਾਇਓ ਕਿ ਇਹ ਸ਼ੋਅ ਹੀ ਨਾ ਹੋਵੇ ਕਿ ਇਹ ਜੀਟੀ ਰੋਡ ਤੋਂ ਅਸੀਂ ਲੈ ਕੇ ਕਿਤੇ ਸੀਸੀਟੀਵੀ ਕਿਸੇ ਟੂਲ ਬੋਤ 'ਤੇ ਆ ਜੇ। ਜਿਸ ਬੰਦੇ ਨੇ ਇਹ ਸ਼ਾਤਰ ਪਲੈਨਿੰਗ ਕੀਤੀ ਹੋਵੇ ਔਰ ਸਾਰਾ ਕੁਝ ਜਾਣਦੇ ਹੋਏ ਲੋਕਾਂ ਨੂੰ ਇਲੀਗਲ ਕਸਟਡੀ 'ਚ ਰੱਖਿਆ ਹੋਵੇ, ਰਾਤ ਸਾਰੀ ਰੱਖਿਆ ਇਹਨਾਂ ਨੂੰ, ਇਨਕਮ ਟੈਕਸ ਆਫੀਸ਼ੀਅਲਸ ਤੇ ਦਬਾਅ ਬਣਾਇਆ ਗਿਆ ਕਿਉਂਕਿ ਇਹ ਬੋਲ ਰਹੇ ਇਸ 'ਚ ਕਿ ਇਹ ਬਲੈਕ ਮਨੀ, ਹਵਾਲਾ ਮਨੀ ਅਸੀਂ ਰਿਕਵਰ ਹੋਈ ਹੈ। ਔਰ ਮੁੜ ਕੇ ਸਾਰਾ ਕੁਝ ਇਹ ਜੱਜ ਸਾਹਿਬ ਦੀ ਕੋਰਟ 'ਚ ਪੁਲਿਸ ਆਪ ਮੰਨ ਕੇ ਆਈ ਕਿ ਸਾਡੇ ਐਸਐਸਪੀ ਨੇ ਸਾਰਾ ਕੁਝ ਹੀ ਝੂਠ ਬੋਲਿਆ ਸੀ। ਉਹ ਐਸਐਸਪੀ ਜਿਹਦੇ ਕੋਲੋਂ ਹਲੇ ਵੀ 1.5 ਕਰੋੜ ਦੀ ਰਿਕਵਰੀ ਹੋਣੀ ਹੈ, ਉਹਨੇ ਇਹ ਜਿਹਾ ਕਿਹੜਾ ਮਤਲਬ ਉਹਦੇ 'ਚ ਕੁਆਲਿਟੀ ਹੈ ਕਿ ਤੁਸੀਂ ਉਹਨੂੰ ਚੱਕ ਕੇ, ਜਿਹੜਾ ਅਸਲ 'ਚ ਅੱਜ ਤੱਕ ਸਸਪੈਂਡ ਰਹਿਣਾ ਚਾਹੀਦਾ ਸੀ ਜਾਂ ਡਿਸਮਿਸ ਹੋ ਜਾਣਾ ਚਾਹੀਦਾ ਸੀ, ਜਾਂ ਇਹ ਖਬਰ ਲੱਗੀ ਕਿ ਇਲੈਕਸ਼ਨ ਕਮਿਸ਼ਨ ਸ਼ੰਟਸ ਆਊਟ ਐਸਐਸਪੀ ਖੰਨਾ, ਜਿਹਦੀ ਬਦਲੀ ਇਲੈਕਸ਼ਨ ਕਮਿਸ਼ਨ ਨੇ, ਜਿਹਨੇ ਇਲੈਕਸ਼ਨ ਕਮਿਸ਼ਨ ਨੂੰ ਵੀ ਇੱਕ ਕਨਸਟੀਟਿਊਸ਼ਨਲ ਬਾਡੀ ਨੂੰ ਮਿਸਲੀਡ ਕੀਤਾ। ਉਹਨਾਂ ਨੇ ਇਨਕੁਆਇਰੀ ਕਰਾਈ, ਉਸ ਕਨਸਟੀਟਿਊਸ਼ਨਲ ਬਾਡੀ ਨੇ ਉਹਨੂੰ ਸ਼ੰਟ ਆਊਟ ਕਰਤਾ। ਮਗਰ ਫੇਰ ਵੀ ਹੁਣ ਤਾਂ ਇਹ ਜੇ ਸੀਬੀਆਈ ਦੀ ਇਨਕੁਆਇਰੀ ਹੋਊ ਫੇਰ ਹੀ ਪਤਾ ਲੱਗੂ ਕਿ ਡੀਜੀਪੀ ਸਾਹਿਬ ਨਾਲ ਇਹਨਾਂ ਦਾ ਕੀ ਪਿਆਰ ਹੈ। ਜਿਹੜਾ ਸਸਪੈਂਡ ਹੋਣਾ ਚਾਹੀਦਾ ਸੀ ਅੱਜ ਉਹ ਫੇਰ ਆ ਕੇ ਤਰਨ ਲੱਗ ਗਿਆ। ਔਰ ਮੇਰੇ ਵੀਰੋ ਜਦੇ ਗਲਤ ਬੰਦਾ ਲੱਗ ਜੇ ਬਾਰਡਰ ਏਰੀਏ 'ਚ ਆ ਕੇ, ਚਲੋ ਜੋ ਬਾਰਡਰ ਨਾਲ ਉਹਦੇ ਅਸਰ ਉਹ ਗੱਲ ਵੱਖਰੀ ਹੈ, ਮਗਰ ਜਿਹੜੀ ਗੱਲ ਆ ਕੇ ਲੱਗਿਆ 100 ਬੰਦਾ ਮਰ ਗਿਆ। ਹੁਣ ਆਪਣਾ ਸੀਐਮ ਸਾਹਿਬ ਕਹਿੰਦੇ ਆ ਕਿ ਜਿਹੜੇ ਥਾਣੇ ਥੱਲੇ ਹੋਊਗਾ ਉਹ ਐਸਐਚਓ ਡੀਐਸਪੀ ਵਿਲ ਬੀ ਬੁੱਕਡ। ਤੇ ਆਈ ਵਾਂਟ ਟੂ ਆਸਕ ਦ ਚੀਫ ਮਿਨਿਸਟਰ ਟੁਡੇ, ਜਿਹਨੇ ਡੇ ਲਾਈਟ ਰੋਬਰੀ ਕੀਤੀ ਹੋਵੇ ਕਰੋੜਾਂ ਦੀ, ਅੱਜ ਤੱਕ ਉਹ ਪੈਸੇ ਨਹੀਂ ਮਿਲੇ ਹੈ, ਉਹਦੇ 'ਚ ਇਹ ਜਿਹਾ ਕਿਹੜਾ ਗੁਣ ਸੀ, ਕਿਹੜੀ ਕਮਾਈ ਕਰਕੇ ਦਿੰਦਾ ਸੀ, ਕਿਹੜਾ ਕੰਮ ਚੰਗਾ ਕਰਦਾ ਸੀ ਪੁਲਿਸਿੰਗ ਦਾ ਕਿ ਉਹਨੂੰ ਤੁਸੀਂ ਮੁੜ ਕੇ ਲਾਤਾ ਤਰਨ। ਅੱਜ 100 ਬੰਦਾ ਉੱਥੇ ਮਰ ਗਿਆ। ਹੁਣ ਉਹਨੂੰ ਫੇਰ ਤੁਸੀਂ ਰਿਵਾਰਡ ਦੇਤਾ ਕਿ ਉਹਨੂੰ ਅੰਮ੍ਰਿਤਸਰ ਰੂਰਲ ਦੀ ਪੋਸਟਿੰਗ ਦੇਤੀ ਹੈ ਕਿ ਹੁਣ ਇੱਥੇ ਚੰਦ ਚਾੜੇ। ਹੂ ਵਿਲ ਬੀ ਰਿਸਪੌਂਸਿਬਲ ਜਦ ਇੱਥੇ ਚੰਦ ਚੜੂਗਾ। ਔਰ ਮੈਂ ਅਗਲੀ ਗੱਲ ਕਰਦਾ ਕਿਉਂਕਿ
ਇਹਨਾਂ ਤੇ ਭਰੋਸਾ ਨਹੀਂ ਪੁਲਿਸ ਤੇ। ਆ ਮੈਂ ਤੁਹਾਨੂੰ ਕੁਝ ਇਨਫੋਰਮੇਸ਼ਨ ਦੇਣ ਲੱਗਿਆ। ਇੱਕ ਪਾਸੇ ਤਾਂ ਚਲੋ ਅੱਜ ਤੁਹਾਡੇ ਇੱਕ ਪੱਤਰਕਾਰ ਵੀਰ ਨੇ ਬੜੀ ਖਬਰ ਲਾਈ ਹੈ ਕਿ ਇੱਕ ਪਾਸੇ ਗੁਪਤਾ ਜੀ ਕਹਿੰਦੇ ਅਸੀਂ ਤਾਂ ਐਡੇ ਸਾਡੀ ਚੁਸਤ ਦਰੁਸਤ ਹੈ ਪੁਲਿਸ ਕਿ ਕ੍ਰਾਸ ਬਾਰਡਰ ਪਾਕਿਸਤਾਨ ਜਦ ਵੀ ਗੜਬੜ ਕਰਨ ਲੱਗਦਾ ਅਸੀਂ ਪਹਿਲਾਂ ਹੀ ਬੰਦਾ ਫੜ ਲੈਂਦੇ, ਦਬੋਚ ਲੈਂਦੇ। ਬਾਰਡਰ ਦੇ ਪਾਰ ਤਾਂ ਤੁਸੀਂ ਬੜੀ ਚੁਸਤੀ ਵਿਖਾਉਂਦੇ ਹੋ, ਬਾਰਡਰ ਦੇ ਅੰਦਰ ਵੀ ਕੋਈ ਚੁਸਤੀ ਵਿਖਾਓ। ਇੱਥੇ ਤੁਹਾਡੀ ਚੁਸਤੀ ਕਿੱਧਰ ਜਾਂਦੀ ਆ? ਚੁਸਤੀ ਇਸ ਲਈ ਮੁੱਕ ਜਾਂਦੀ ਆ ਕਿਉਂਕਿ ਰਲੀ ਮਿਲੀ ਭੁਗਤ ਹੈ ਜਿਹਦਾ ਬਾਰ-ਬਾਰ ਰੌਲਾ ਪੈ ਰਿਹਾ। ਔਰ ਮੈਂ ਅਗਲੀ ਗੱਲ ਵਿਖਾ ਦਿਆਂ, ਅੱਜ ਬਲਟੋਆ ਸਾਹਿਬ ਜਾਂ ਤਾਂ ਐਕਸਪਲੇਨ ਕਰ ਦੇਣਗੇ ਕਿ ਐਸਐਸਪੀ ਸਾਹਿਬ ਨੂੰ ਇੱਕ ਕੰਪਲੇਂਟ ਨਹੀਂ, ਨੰਬਰ ਆਫ ਕੰਪਲੇਂਟਸ ਰਿਗਾਰਡਿੰਗ ਸ਼ਰਾਬ, ਇਲੀਗਲ ਸ਼ਰਾਬ ਜਿਹਦੇ ਨਾਲ ਰੈਵਨਿਊ ਲਾਸ ਔਰ ਲਾਈਫ ਦਾ ਲਾਸ ਹੋ ਸਕਦਾ ਸੀ, ਸ਼ਿਕਾਇਤਾਂ ਹੁੰਦੀਆਂ ਰਹੀਆਂ। ਮਗਰ ਕਿਉਂਕਿ ਐਸਐਸਪੀ ਸਾਹਿਬ ਜਾਂ ਤਾਂ ਮਿਲੇ ਸੀ ਜਾਂ ਕੀ ਗੱਲ ਸੀ ਇਹ ਤਾਂ ਕਸਟੋਡੀਅਲ ਇੰਟਰੋਗੇਸ਼ਨ ਦੱਸੂ, ਉਹਨਾਂ ਨੇ ਉਹਦੇ ਤੇ ਕਾਰਵਾਈ ਨਹੀਂ ਕਰੀ। ਅੱਜ ਵਿਦ ਪ੍ਰੂਫ ਤੁਹਾਨੂੰ ਕੁਝ ਚੀਜ਼ਾਂ ਇਹ ਦਿਖਾਉਣ ਲੱਗੇ। ਔਰ 16 ਕਰੋੜ 66 ਲੱਖ ਰੁਪਈਆ ਜਾ ਕੇ ਜਿਵੇਂ ਡਾਕਾ ਮਾਰਿਆ ਜਾਂਦਾ ਆ, ਪਾਦਰੀ ਦੇ ਘਰੋਂ ਜਾ ਕੇ ਬਰਾਮਦ ਕਰ ਲੈਂਦੇ ਨੇ, ਫੜ ਲੈਂਦੇ ਨੇ ਜਲੰਧਰ ਤੋਂ। ਤੇ ਦਿਖਾਉਂਦੇ ਹੈਗੇ ਆ ਕਿਹੜੀ ਜਗ੍ਹਾ ਦਿਖਾਉਂਦੇ? ਦਰਾਹੇ, ਜਿਹੜਾ ਕਿ ਖੰਨਾ ਪੁਲਿਸ ਜਿਹੜਾ ਜ਼ਿਲ੍ਹਾ ਆ ਉਹਦੇ ਵਿੱਚ ਪੈਂਦਾ ਹੈ, ਉੱਥੇ ਦਿਖਾਉਂਦੇ ਆ। ਉਹ ਸਾਰਾ ਕੁਝ ਸਾਬਤ ਹੋ ਗਿਆ। ਐਡਾ ਵੱਡਾ ਝੂਠ, ਐਡਾ ਵੱਡਾ ਗੁਨਾਹ। ਔਰ ਫਿਰ 16 ਕਰੋੜ 66 ਲੱਖ ਬਰਾਮਦ ਹੁੰਦਾ ਤੇ ਐਸਐਸਪੀ ਸਾਹਿਬ ਦਿਖਾਉਂਦੇ ਕਿੰਨਾ ਆ? 9 ਕਰੋੜ 66 ਲੱਖ। 7 ਕਰੋੜ ਵਿੱਚੋਂ ਘਾਪਾ ਹੀ ਮਾਰ ਜਾਂਦੇ ਆ। ਹੁਣ 7 ਕਰੋੜ ਲੁਕਾਉਣ ਵਾਲਾ ਪੰਜਾਬ ਦੇ ਵਿੱਚ ਰਾਜ ਕਰਨ ਰਿਹਾ, ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਨੂੰ ਮੇਨਟੇਨ ਕਰਨ ਦੀ ਕੋਸ਼ਿਸ਼ ਗੱਲਾਂ ਕਰ ਰਿਹਾ ਹੈ, ਬਦਮਾਸ਼ਾਂ ਦੇ ਵਿਰੁੱਧ ਕਾਰਵਾਈ ਕਰਨ ਦੀ ਗੱਲ ਕਰ ਰਿਹਾ ਹੈ। ਪਰ ਨਹੀਂ, ਐਸਐਸਪੀ ਧਰੁਵ ਦਹੀਆ ਜਿਹਨੂੰ ਤੱਤੀ ਬਾਣੀ ਲੱਗੀ ਖੰਨੇ ਵਾਲੀ ਡਕੈਤੀ ਦੇ ਵਿੱਚ, ਪਾਦਰੀ ਦੇ ਘਰੇ ਮਾਰੇ ਹੋਏ ਡਾਕੇ ਕਰਕੇ ਉਹਦੇ ਹੌਸਲੇ ਇੰਨੇ ਵੱਧ ਗਏ ਹੈ ਕਿ ਕੋਡ ਆਫ ਕੰਡਕਟ 'ਚ ਉਹਨੂੰ ਇਲੈਕਸ਼ਨ ਕਮਿਸ਼ਨ ਨੇ ਪਾਸੇ ਕੀਤਾ ਰੋਬਰੀ ਕਾਂਡ 'ਚ, ਡਾਕੇ ਕਾਂਡ 'ਚ। ਤੇ ਇਲੈਕਸ਼ਨ ਪਾਰਲੀਮੈਂਟ ਦੀ ਹੋਣ ਤੋਂ ਤੁਰੰਤ ਬਾਅਦ ਉਹਨੂੰ ਐਸਐਸਪੀ ਤਰਨਤਾਰਨ ਤਾਇਨਾਤ ਕਰ ਦਿੱਤਾ ਜਾਂਦਾ, ਜਿਹੜਾ ਕਿ ਲੰਬਾ ਸਮਾਂ ਉੱਥੇ ਤਰਨਤਾਰਨ 'ਚ ਤਾਇਨਾਤ ਰਹਿੰਦਾ ਹੈ। ਤੇ ਹੁਣ ਐਸਐਸਪੀ ਦਾ ਫਰਜ਼ ਕੀ ਬਣਦਾ ਆ ਕਿ ਜਿਹੜੇ ਵੀ ਲੋਕ ਗੁਨਾਹ ਕਰਦੇ ਨੇ ਉਹਨਾਂ 'ਤੇ ਕਾਰਵਾਈ ਕਰਨਾ, ਔਰ ਜਿਹੜੇ ਕਿ 2 ਨੰਬਰ ਦਾ ਧੰਦਾ ਕਰਦੇ ਨੇ, ਗੈਰ ਕਾਨੂੰਨੀ ਕਰਦੇ ਨੇ, ਉਹਨਾਂ 'ਤੇ ਕਾਰਵਾਈ ਕਰਨਾ। ਔਰ ਤੁਹਾਡੇ ਸਾਹਮਣੇ ਹੈ ਕਿ ਤਰਨਤਾਰਨ ਦੇ ਵਿੱਚ ਜਿਸ ਕਦਰ ਸ਼ਰਾਬ ਦਾ ਨਜਾਇਜ਼ ਧੰਦਾ ਹੁੰਦਾ ਰਿਹਾ, ਔਰ ਇੱਥੋਂ ਤੱਕ ਕਿ ਜ਼ਹਿਰੀਲੀ ਸ਼ਰਾਬ ਜਿਹੜੀ ਵਰਤਾਈ ਗਈ ਜਿਹਦੇ ਕਰਕੇ 100 ਤੋਂ ਉੱਤੇ ਮੌਤਾਂ ਇਕੱਲੇ ਤਰਨਤਾਰਨ ਦੇ ਵਿੱਚ ਹੋ ਗਈਆਂ। ਤੁਸੀਂ ਐਸਐਚਓ ਸਸਪੈਂਡ ਕਰਦੇ ਹੋ, ਡੀਐਸਐਸ ਸਸਪੈਂਡ ਕਰਦੇ ਹੋ, ਤੇ ਜਿਹੜਾ ਮੁੱਖ ਗੁਨਾਹ ਆ ਐਸਐਸਪੀ ਧਰੁਵ ਦਹੀਆ, ਉਹਦੇ ਵੱਲ ਤੁਸੀਂ ਉਂਗਲ ਵੀ ਨਾ ਕਰੋ। ਉਹਨੂੰ ਤੁਸੀਂ ਚੱਕ ਕੇ ਅੰਮ੍ਰਿਤਸਰ ਦਾ ਰੂਰਲ ਦਾ ਹੋਰ ਵੱਡੇ ਜ਼ਿਲ੍ਹੇ ਦਾ ਐਸਐਸਪੀ ਲਾ ਦਿਓ। ਹੁਣ ਮੈਂ ਲੱਗਾ ਦੱਸਣ ਕਿ ਐਸਐਸਪੀ ਧਰੁਵ ਦਹੀਆ ਦੀ ਮਿਲੀ ਭੁਗਤ ਨਾਲ, ਉਹਦੀ ਜਾਣਕਾਰੀ ਦੇ ਵਿੱਚ ਹੁੰਦਿਆਂ ਹੋਇਆਂ ਕਿੱਡੇ ਵੱਡੇ ਪੱਧਰ 'ਤੇ ਸ਼ਰਾਬ ਦੀ ਨਜਾਇਜ਼ ਸਮਗਲਿੰਗ ਹੁੰਦੀ ਸੀ। ਇੱਕ ਤੁਸੀਂ ਦੇਖੀ ਹੋਣੀ ਹੈ ਵੀਡੀਓ, ਆ ਦਿਖਾ ਰਿਹਾ ਜੀ, ਆ ਵੀਡੀਓ ਤੁਸੀਂ ਸਾਰਿਆਂ ਨੇ ਵੇਖੀ ਆ, ਵਿਖਾ ਦਿਓ। ਆ ਜਿੱਚੇ ਉਹ ਮਹਿਮੂਦਪੁਰੇ ਪਿੰਡ 'ਚ ਉਹ ਟੂਟੀ ਖੋਲਦਾ ਤੇ ਮਿੰਨੀ ਡਿਸਟਿਲਰੀ ਚੱਲ ਪੈਂਦੀ ਹੈ। ਇਹ ਜਿਹੜੀ ਮਿੰਨੀ ਡਿਸਟਿਲਰੀ ਹੈ ਸ਼ਰਾਬ ਦੀ, ਜਿਹਦੀ ਆ ਫੋਟੋ ਤੁਹਾਨੂੰ ਦਿਖਾਈ ਗਈ ਹੈ, ਇਹ ਮਹਿਮੂਦਪੁਰਾ ਪਿੰਡ 'ਚ ਇੱਕ ਤਰ੍ਹਾਂ ਸੁਖਪਾਲ ਸਿੰਘ ਭੁੱਲਰ ਜਿਹੜੇ ਐਮਐਲਏ ਨੇ ਖੇਮਕਰਨ ਦੇ, ਉਹਨਾਂ ਦੇ ਘਰ 'ਚ ਹੀ ਲੱਗੀ ਹੈ। ਉਹਨਾਂ ਦੇ ਖਾਸਮ ਖਾਂ ਜਿਹੜੇ ਬਲਾਕ ਸੰਮਤੀ ਮੈਂਬਰ ਹੈ ਉੱਥੇ ਬੀਬੀ, ਉਹਦੇ ਘਰ ਵਾਲੇ ਦੇ ਘਰ 'ਚ ਲੱਗੀ ਹੋਈ। ਔਰ ਹੈਰਾਨੀ ਦੀ ਗੱਲ ਇਹ ਹੈ ਕਿ ਇਲਾਕੇ ਦੇ ਲੋਕ ਪੁਲਿਸ ਅਫੀਸ਼ੀਅਲ ਕੋਲ ਜਾਂਦੇ ਰਹੇ ਆ ਕਿ ਇੱਥੇ ਬੜੇ ਵੱਡੇ ਪੱਧਰ 'ਤੇ ਸ਼ਰਾਬ ਦਾ ਨਜਾਇਜ਼ ਧੰਦਾ ਹੋ ਰਿਹਾ, ਤਸਕਰੀ ਹੋ ਰਹੀ ਹੈ, ਵੱਡੇ ਪੱਧਰ 'ਤੇ ਫੈਕਟਰੀ ਚੱਲ ਰਹੀ ਹੈ, ਰੇਡ ਕੀਤਾ ਜਾਵੇ, ਫੜਿਆ ਜਾਵੇ, ਕਾਨੂੰਨੀ ਕਾਰਵਾਈ ਕੀਤੀ ਜਾਵੇ। ਲੋਕੀ ਐਸਐਸਪੀ ਨੂੰ ਮਿਲਦੇ ਹੈ, ਫੋਨ ਕਰਦੇ ਹੈ, ਇੱਥੋਂ ਤੱਕ ਕਿ ਐਸਐਸਪੀ ਦੇ ਮੋਬਾਈਲ ਨੰਬਰ 'ਤੇ ਵਟਸਐਪ ਵੀ ਕਰਦੇ। ਆ ਨੰਬਰ ਪੜ੍ਹ ਲਿਓ ਜੀ, ਇਹ ਵਟਸਐਪ ਹੈ ਟੂ ਐਸਐਸਪੀ, ਨੰਬਰ ਪੜ੍ਹ ਲਿਓ 9717917789। ਔਰ ਇਹ
ਇਹਦੇ 'ਚ ਕੁਝ ਇਨਫੋਰਮੇਸ਼ਨ ਅਸੀਂ ਪਾਸੇ ਰੱਖੀਏ, ਕਿਉਂਕਿ ਜਿਸ ਬੰਦੇ ਦਾ WhatsApp ਹੈ SSP ਕੋਲ ਤਾਂ ਖੁੱਲ੍ਹ ਹੀ ਜਾਣਾ ਹੁਣੇ, ਉਹਨੂੰ ਹੁਣੇ ਚੱਕ ਕੇ ਇਹਨਾਂ ਦੇ ਪ੍ਰੈਸ਼ਰਾਈਜ਼ ਕਰਨਾ ਸ਼ੁਰੂ ਕਰ ਦੇਣਾ। ਮਗਰ ਉਹਨੇ ਇਹ ਸਾਰੀ ਡਿਸਟਿਲਰੀ ਦੀ ਗੱਲ ਕਿਹੜੀ ਤਰੀਕ ਨੂੰ 14 ਜੂਨ ਨੂੰ ਤੇ 16 ਜੂਨ ਨੂੰ ਇਹ ਸਾਰੀ ਚਿੱਠੀਆਂ ਉਹਨੂੰ ਉਹਦੇ WhatsApp ਨੰਬਰ ਤੇ ਭੇਜੀ ਸੀ। ਮਗਰ SSP ਸਾਹਿਬ ਨੋ ਕਾਰਵਾਈ। ਉਹ ਇੱਕ MLA ਸਾਹਿਬ ਨੇ ਆਪਣੇ ਦੂਜੇ ਉਹ ਜਿਹੜਾ ਆਪਣਾ ਕੀ ਆ ਯਾਰ ਉਹਦਾ ਹੈ ਨਹੀਂ ਉਹ ਦੂਜਾ ਯਾਰ ਨਹੀਂ ਉਧਰ ਵਾਲਾ ਆਪਾਂ ਆਪਣਾ ਪੁੱਟ ਆਊਟ ਜਿਹੜਾ ਕੀ ਨਾਂ ਯਾਰ ਉਹਦਾ ਗਿੱਲ ਹਰਮਿੰਦਰ ਉਹ ਕਹਿੰਦਾ ਕੀ ਕਹਿੰਦਾ ਸੀ SHO ਵਿਚਾਰਾ ਮੁੰਡਾ ਜਿਹੜਾ SHO ਹੈ ਨਾ ਜਿਹੜਾ ਉੱਥੋਂ ਬਦਲਿਆ ਸੀ ਯੰਗਸਟਰ ਸੀ, ਉਹਨੂੰ ਕਹਿੰਦਾ ਮੈਨੂੰ ਸਤਿ ਸ੍ਰੀ ਅਕਾਲ ਨਹੀਂ ਬੁਲਾਈ। ਉਹ ਸਤਿ ਸ੍ਰੀ ਅਕਾਲ ਤਾਂ ਇਸ ਤਰ੍ਹਾਂ ਵੀ ਨਹੀਂ ਬੁਲਾਈ ਤੇ MLA ਦਾ ਕੀ ਕੰਮ ਹੈ? ਕਹਿੰਦਾ ਨਹੀਂ ਬੁਲਾਈ। ਫਿਰ ਆਹੀ ਗੱਲ ਹੁੰਦੀ ਅਸੀਂ ਸਤਿ ਸ੍ਰੀ ਅਕਾਲਾਂ 'ਚ ਮਤਲਬ ਉਹਦਾ ਮਤਲਬ ਕੀ ਸੀ ਅੰਦਰਲੀ ਕਹਾਣੀ ਦਾ? ਔਰ ਉਸ ਬੰਦੇ ਦੇ ਮਗਰ ਵੀ SSP ਸਾਹਿਬ ਨਹੀਂ ਖਲੋਏ, ਹੀ ਵਾਸ ਟ੍ਰਾਂਸਫਰਡ ਐਂਡ ਹਾਊ ਐਨ MLA ਇਜ਼ ਮਿਸਬਿਹੇਵਿੰਗ। ਫਿਰ ਜਦ MLA ਇਸ ਤਰੀਕੇ ਦੀ ਧੌਸ, ਇਸ ਤਰੀਕੇ ਦੀ ਬਦਤਮੀਜ਼ੀ, ਇਸ ਤਰੀਕੇ ਦੀ ਤਾਕਤ ਵਿਖਾਊਗਾ ਤੇ ਫਿਰ ਕੰਮ ਵੀ ਆਪਦੀ ਮਰਜ਼ੀ ਤੇ ਕਰਾਊਗਾ। ਔਰ ਉਹਦਾ ਭੁੱਖ ਖਾਮਿਆਜਾ ਅੱਜ ਤਰਨਤਾਰਨ ਜ਼ਿਲ੍ਹੇ ਨੇ ਪੰਜਾਬ ਦੇ ਲੋਕਾਂ ਨੇ ਭੁਗਤਿਆ। ਸਭ ਤੋਂ ਵੱਡੀ ਗੱਲ ਹੈ ਕਿ SSP ਦੀ ਨੌਲੇਜ ਦੇ ਵਿੱਚ ਹੋਣ ਦੇ ਬਾਵਜੂਦ ਜੇ ਉਸ ਮਿੰਨੀ ਫੈਕਟਰੀ ਜਿਹੜੀ ਸ਼ਰਾਬ ਦੀ ਨਜਾਇਜ਼ ਚੱਲਦੀ ਸੀ ਕਾਰਵਾਈ ਨਹੀਂ ਹੋਈ, ਇਹ ਤਾਂ ਮਤਲਬ ਮਿਲੀ ਭੁਗਤ ਹੈ। ਜਿਹੜੇ ਕੈਪਟਨ ਅਮਰਿੰਦਰ ਸਿੰਘ ਕਹਿੰਦੇ ਆ ਕਿ ਮੈਂ ਪੁਲਿਸ ਨੂੰ ਹਦਾਇਤਾਂ ਕਰ ਦਿੱਤੀਆਂ ਕਿ ਜਿੱਥੋਂ ਵੀ ਕਿਤੇ ਕੋਈ ਬਰਾਮਦੀ ਹੋਈ ਤਾਂ ਮੈਂ ਸੰਬੰਧਿਤ ਪੁਲਿਸ ਅਫੀਸਰ ਤੇ ਕਾਰਵਾਈ ਕਰੂੰ, ਉਹ ਗੱਲਾਂ ਕਹਿਣ ਦੀਆਂ ਹੀ ਹੈ। ਔਰ ਦੂਸਰੀ ਗੱਲ ਜਿਹੜੀ ਹੈ, ਰੇਡ ਕਦੋਂ ਹੁੰਦਾ ਹੈ, ਬਰਾਮਦੀ ਕਦੋਂ ਹੁੰਦੀ ਹੈ? ਜਿਸ ਦਿਨ ਮੌਤਾਂ ਦੇ 70 ਵੇਚ ਜਾਂਦੇ ਆ ਉਸੇ ਦਿਨ ਪੁਲਿਸ ਉੱਥੇ ਪਹੁੰਚ ਵੀ ਜਾਂਦੀ ਹੈ ਤੇ 31,500 ਲੀਟਰ ਲਾਣ ਮੌਕੇ ਤੇ 350 ਬੋਤਲ ਜਿਹੜੀ ਹੈ ਸ਼ਰਾਬ ਦੀ ਨਜਾਇਜ਼ ਜਿਹੜੀ ਉੱਥੋਂ ਬਰਾਮਦ ਕੀਤੀ ਜਾਂਦੀ ਹੈ। ਵੱਡੇ ਪੱਧਰ ਤੇ ਸਾਜੋ ਸਮਾਨ ਬਰਾਮਦ ਕੀਤਾ ਜਾਂਦਾ ਔਰ ਜਿੱਥੇ ਹਜ਼ਾਰਾਂ ਬੋਤਲਾਂ ਰੋਜ਼ਾਨਾ ਤਿਆਰ ਕੀਤੀਆਂ ਜਾਂਦੀਆਂ ਸੀ। ਔਰ ਇਹ ਵੀ ਖਦਸ਼ਾ ਹੈ ਕਿ ਜਿਹੜੀ ਜ਼ਹਿਰੀਲੀ ਸ਼ਰਾਬ ਜਿਹੜੀ ਇੱਥੇ ਸਪਲਾਈ ਹੋਈ ਹੈ ਉਹ ਇਸੇ ਫੈਕਟਰੀ ਦੀ ਹੋ ਸਕਦੀ ਹੈ, ਕਿਉਂਕਿ ਇਸੇ ਬੈਲਟ 'ਚ ਇਹ ਸਾਰੀ ਵਰਤਾਈ ਗਈ ਹੈ। ਤੇ SSP ਸਾਹਿਬ ਜਿਹਦੇ ਕਰਕੇ ਜਿਹਦੀ ਨੌਲੇਜ ਹੋਵੇ, ਗੁਨਾਹਗਾਰ ਹੋਵੇ, ਗੁਨਾਹਗਾਰਾਂ ਨਾਲ ਸ਼ਾਮਲ ਹੋਵੇ, ਤੇ ਉਹ ਅੱਜ ਪੰਜਾਬ ਦੇ ਲਾਅ ਐਂਡ ਆਰਡਰ ਦੀ ਗੱਲ ਕਰ ਰਹੇ। ਇਸ ਕਰਕੇ ਜਿਹੜੀ ਹੈ ਇਹ ਬੜੇ ਵੱਡੇ ਗੁਨਾਹਗਾਰ ਨੇ, ਇਹਨਾਂ ਦੇ ਵਿਰੁੱਧ ਲਾਸਟ ਗੱਲ ਮੈਂ ਗੱਲ ਜਿਹੜੀ ਕਹਿਣਾ ਤਾਜ਼ਾ ਖਬਰਾਂ ਤੇ ਨਵੀਆਂ ਜਾਣਕਾਰੀ ਭਰਪੂਰ ਵੀਡੀਓਜ਼ ਦੇਖਣ ਵਾਸਤੇ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਸੁਰਖਾਬ TV। ਜੇਕਰ ਤੁਸੀਂ ਇਸ ਵੀਡੀਓ ਨੂੰ Facebook ਉੱਤੇ ਦੇਖ ਰਹੇ ਹੋ ਤਾਂ ਸਾਡਾ Facebook ਪੇਜ ਰਹਿਮਤ TV ਵੀ ਲਾਈਕ ਤੇ ਫੋਲੋ ਕਰ ਲਓ।